ऑनलाइन ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ। ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰੋ, ਲਿੰਕ ਨੂੰ ਕਰ ਦਿਓ ਸ਼ੇਅਰ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਣ। ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ, ਚੱਲ ਰਿਹਾ ਪੇਪਰ ਸੀਨੀਅਰ ਟੀਚਰ ਗ੍ਰੇਡ 2 2016 ਦੇ ਵਿੱਚ ਹੋਇਆ, ਜੋ ਕਿ ਰਾਜਸਥਾਨ ਗਵਰਨਮੈਂਟ ਦੇ ਵੱਲੋਂ ਲਿਆ ਗਿਆ। ਸੋ ਜਲਦੀ ਤੋਂ ਜਲਦੀ ਸਾਰੇ ਜੁਆਇਨ ਕਰਨ, ਲਿੰਕ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਰੇ ਜਲਦੀ ਜੁਆਇਨ ਕਰ ਸਕਿਆ ਕਰਨ। ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ। ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਜੀ, ਉਹ ਜੁਆਇਨ ਕਰਨਾ ਆਪਣੇ ਟੈਲੀਗ੍ਰਾਮ ਗਰੁੱਪ ਪੰਜਾਬੀ ਤਿਆਰੀ ਦੇ ਲਈ @ਪੰਜਾਬੀ ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਚਾਹੇ ਤੁਸੀਂ ETT ਪੇਪਰ A ਦੇ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਜਾਂ ਫਿਰ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਕਰ ਰਹੇ ਹੋ, ਜਾਂ UGC ਨੈਟ ਪੰਜਾਬੀ ਦੀ ਤਿਆਰੀ ਕਰ ਰਹੇ ਹੋ, ਜਾਂ ਲੈਕਚਰਰ ਪੰਜਾਬੀ ਦੀ ਤਿਆਰੀ ਕਰ ਰਹੇ ਹੋ। ਸਭ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਆਪਣਾ YouTube ਚੈਨਲ। ਸਕੂਲ ਕੰਟੈਂਟ ਦੇ ਲਈ @RK ਔਨਲਾਈਨ ਸਕੂਲ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ETT ਪੇਪਰ A ਐਂਡ B ਦੇ ਲਈ ETT ਪੇਪਰ A ਐਂਡ B ਇਸ ਗਰੁੱਪ ਨੂੰ ਜੁਆਇਨ ਕਰੋ। SS ਮਾਸਟਰ ਕੈਡਰ ਦੀ ਤਿਆਰੀ ਦੇ ਲਈ SS ਤਿਆਰੀ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ਸੋ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਕਲਾਸ ਤੇ ਵੱਧਦੇ ਹਾਂ ਜੀ ਕੁਐਸਚਨ ਨੰਬਰ 1 ਦੇ ਵੱਲ, ਜੋ ਕਿ ਪ੍ਰਸ਼ਨ ਨੰਬਰ ਹੈ 101। ਅੱਜ ਦਾ ਪਹਿਲਾ ਕੁਐਸਚਨ ਹੈ, ਪਰ ਜੋ ਪੇਪਰ ਚੱਲ ਰਿਹਾ ਉਸ ਦਾ ਪ੍ਰਸ਼ਨ ਨੰਬਰ 101 ਹੈ। ਪੰਜਾਬੀ ਵਿੱਚ ਦੁਰਗਾ ਮਾਤਾ ਨਾਲ ਸੰਬੰਧਿਤ ਪਹਿਲੀ ਕਿਰਤ ਕਿਹੜੀ ਹੈ? ਆਪਸ਼ਨ ਹੈ ਦੁਰਗਾ ਸਪਤਸ਼ਤੀ, B ਨਾਦਰਸ਼ਾਹ ਦੀ ਵਾਰ, C ਚੱਠਿਆਂ ਦੀ ਵਾਰ, D ਚੰਡੀ ਦੀ ਵਾਰ। 101 ਨੰਬਰ ਕੁਐਸਚਨ ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਤੇ ਆਡੀਓ ਵੀਡੀਓ ਦੀ ਵੀ ਕਨਫਰਮੇਸ਼ਨ ਦਿੱਤੀ ਜਾਵੇ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਫਿਰ ਨਹੀਂ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ ਸਭ ਨੂੰ, ਬਹੁਤ ਬਹੁਤ ਸਵਾਗਤ ਹੈ ਜੀ ਸਭ ਦਾ। ਬਿਲਕੁਲ ਠੀਕ ਆਨਸਰ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਚੰਡੀ ਦੀ ਵਾਰ। ਆਪਸ਼ਨ D ਆਨਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਮਾਝੇ ਦੀ ਆਂਚਲਿਕਤਾ ਦਾ ਚਤੇਰਾ ਕਹਾਣੀਕਾਰ ਹੈ। ਆਪਸ਼ਨ A ਗੁਰਬਖਸ਼ ਸਿੰਘ ਭੁੱਲਰ, B ਗੁਰਦਿਆਲ ਸਿੰਘ, C ਵਰਿਆਮ ਸਿੰਘ ਸੰਧੂ, D ਸੰਤੋਖ ਸਿੰਘ ਧੀਰ। ਕਰੈਕਟ ਆਨਸਰ ਕੁਐਸਚਨ ਨੰਬਰ 102 ਦੇ ਲਈ ਚੁਣੋ ਜੀ। ਸਹੀ ਉੱਤਰ 102 ਨੰਬਰ ਦੇ ਲਈ ਚੁਣਿਆ ਜਾਵੇ। ਮਾਝੇ ਦੀ ਆਂਚਲਿਕਤਾ, ਹਾਂਜੀ, ਜਿਹੜੇ ਵੀ ਵਰਿਆਮ ਸਿੰਘ ਸੰਧੂ ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ ਜੀ। ਅੰਮ੍ਰਿਤਸਰ ਇਹਨਾਂ ਦਾ ਜਨਮ ਸਥਾਨ ਹੈ ਤੇ ਉਹਦੇ ਨਾਲ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। 103 ਨੰਬਰ ਕੁਐਸਚਨ ਹੈ, ਮੰਟੋ ਦੀ ਪ੍ਰਸਿੱਧ ਕਹਾਣੀ ਟੋਬਾ ਟੇਕ ਸਿੰਘ ਦਾ ਨਾਟਕੀ ਰੂਪਾਂਤਰਣ ਕਿਸ ਰਚਨਾ ਵਿੱਚ ਹੋਇਆ ਹੈ? ਆਪਸ਼ਨ A ਮੈਂ ਸਰੰਗੀ ਹਾਂ, B ਰਿਸ਼ਤਿਆਂ ਦਾ ਕੀ ਰੱਖੀਏ ਨਾ, C ਪੂਰਨ, D ਪੱਲੂ ਦੀ ਉਡੀਕ ਵਿੱਚ। ਕੁਐਸਚਨ ਨੰਬਰ 103 ਦੇ ਲਈ ਆਨਸਰ ਕਰਿਆ ਜਾਵੇ ਜੀ। ਪ੍ਰਸ਼ਨ ਨੰਬਰ 103 ਦੇ ਲਈ ਟੋਬਾ ਟੇਕ ਸਿੰਘ ਦਾ ਨਾਟਕੀ ਰੂਪਾਂਤਰਣ, ਹਾਂਜੀ, ਜਿਹੜੇ ਵੀ ਆਨਸਰ ਆਪਸ਼ਨ B ਕਰ ਰਹੇ ਨੇ ਰਿਸ਼ਤਿਆਂ ਦਾ ਕੀ ਰੱਖੀਏ ਨਾ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ 104 104 ਨੰਬਰ ਹੀ ਪੰਜਾਬੀ ਵਿੱਚ ਰਚਿਆ ਪਹਿਲਾ ਯਥਾਰਥਵਾਦੀ ਨਾਵਲ ਹੈ। ਆਪਸ਼ਨ A ਮੜੀ ਦਾ ਦੀਵਾ, B ਰਾਤ ਦੇ ਰਾਹੀ, C ਜਵਾਹਰ ਭਾਟਾ, D ਪਿਓ ਪੁੱਤਰ। 104 ਨੰਬਰ ਕੁਐਸਚਨ ਲਈ ਚੁਣਿਆ ਜਾਵੇ ਸਹੀ ਉੱਤਰ। ਤੇ ਇਹ ਵੀ ਦੱਸਿਆ ਜਾਵੇ ਕਿ ਜੋ 104 ਨੰਬਰ ਕੁਐਸਚਨ ਹੈ ਇਸ ਦਾ ਜੋ ਵੀ ਆਨਸਰ ਹੈ, ਪਹਿਲਾਂ ਆਨਸਰ ਹੀ ਕਰੋ। ਹਾਂਜੀ ਠੀਕ ਹੈ, D ਆਨਸਰ ਜਿਨ੍ਹਾਂ ਨੇ ਕੀਤਾ ਹੈ ਪਿਓ ਪੁੱਤਰ। ਪਿਓ ਪੁੱਤਰ ਨਾਵਲ ਪੰਜਾਬੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਸੁਰਿੰਦਰ ਸਿੰਘ ਨਰੂਲਾ, ਠੀਕ ਹੈ। ਇਸ ਤੋਂ ਇਲਾਵਾ ਆਪਸ਼ਨ ਦੇ ਵਿੱਚ ਤੁਹਾਨੂੰ ਹੋਰ ਵੀ ਇੱਕ ਆਪਸ਼ਨ ਮਿਲ ਸਕਦੀ ਹੈ। ਕੁਐਸਚਨ ਇਹੀ ਹੋਵੇਗਾ ਕਿ ਕਿਸ ਦਾ ਲਿਖਿਆ ਨਾਟਕ ਹੈ ਪਿਓ ਪੁੱਤਰ, ਠੀਕ ਹੈ। ਤੇ ਆਨਸਰ ਦੇ ਵਿੱਚ ਤੁਰਗਨੇਵ ਹੋ ਸਕਦਾ ਹੈ, ਠੀਕ ਹੈ। ਰੂਸੀ ਲੇਖਕ ਦਾ ਨਾਵਲ ਵੀ ਹੈ ਪਿਓ ਪੁੱਤਰ, ਠੀਕ ਹੈ। ਸੋ ਯਾਦ ਰੱਖਿਓ ਇਸ ਗੱਲ ਨੂੰ ਵੀ, ਕਿਉਂਕਿ ਜਿਹੜਾ D++ ਵੀ ਹੈ ਜਾਂ ਫਿਰ SSA ਚੰਡੀਗੜ੍ਹ, ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛ ਲਏ ਜਾਂਦੇ। 105 ਨੰਬਰ ਵੱਲ ਵੱਧਦੇ ਹਾਂ। 105 ਨੰਬਰ ਗੋਤ ਕਨਾਲਾ ਕਿਸ ਸਮੇਂ ਦੀਆਂ ਰੀਤਾਂ ਰਸਮਾਂ ਨਾਲ ਸੰਬੰਧਿਤ ਹੈ? ਆਪਸ਼ਨ A ਜਨਮ, B ਮੌਤ, C ਸ਼ਰਾਧ ਤੇ D ਵਿਆਹ। ਕੁਐਸਚਨ ਨੰਬਰ 105 ਦੇ ਲਈ ਆਨਸਰ ਕਰਿਆ ਜਾਵੇ। 105 ਨੰਬਰ ਦੇ ਲਈ ਕਰੈਕਟ ਆਨਸਰ ਕਰੋ। ਹਾਂਜੀ 105 ਨੰਬਰ ਦੇ ਲਈ ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ D ਵਿਆਹ ਨਾਲ ਸੰਬੰਧਿਤ ਤੇ ਖਾਣਾ ਇਕੱਠਾ ਬਣਾਇਆ ਤੇ ਖਾਇਆ ਜਾਂਦਾ। ਗੋਤ ਮਿਲਾਉਣ ਦੀ ਗੋਤ ਵਿੱਚ ਮਿਲਾਉਣ ਦੀ ਰਸਮ ਵੀ ਕਹਿ ਦਿੰਦੇ ਆ ਇਸਨੂੰ। ਕੁਐਸਚਨ ਨੰਬਰ 106 ਦੇ ਵੱਲ ਵੱਧਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੇ ਸ਼ਬਦਾਂ ਵਿੱਚ ਕਿਹੜੇ ਰਾਗਾਂ ਦੀ ਵਰਤੋਂ ਕੀਤੀ ਗਈ ਹੈ ਜਾਂ ਹੋਈ ਹੈ? ਆਪਸ਼ਨ A ਰਾਗ ਆਸਾ ਤੇ ਸੋਹੀ, B ਰਾਗ ਆਸਾ ਤੇ ਮਾਝ, C ਰਾਗ ਮਾਝ ਤੇ ਤੁਖਾਰੀ ਤੇ D ਰਾਜ ਮਾਝ ਤੇ ਮਲਾਰ। 106 ਨੰਬਰ ਦੇ ਲਈ ਆਨਸਰ ਚੁਣਿਆ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਰਾਗਾਂ ਦੀ ਵਰਤੋਂ ਕੀਤੀ ਹੈ। ਕਿਹੜੇ ਕਿਹੜੇ ਰਾਗਾਂ ਦੀ? ਰਾਗ ਆਸਾ ਤੇ ਰਾਗ ਸੂਹੀ ਦੀ ਵਰਤੋਂ ਕੀਤੀ ਹੈ, ਬਿਲਕੁਲ ਠੀਕ ਹੈ। ਇਹ ਆਪਸ਼ਨ ਕੁਐਸਚਨ ਨੰਬਰ
107 ਸ਼੍ਰੀ ਗੁਰੂ ਨਾਨਕ ਦੇਵ ਦੁਆਰਾ ਰਚਿਤ ਬਾਣੀ 12ਵਾਂ ਕਿਸ ਰਾਗ ਦੇ ਵਿੱਚ ਹੈ? ਵਾਰ-ਵਾਰ ਰਿਪੀਟ ਹੋਇਆ ਇਹ ਕੁਐਸਚਨ, ਜਿੰਨੇ ਵੀ ਆਪਾਂ ਪੇਪਰ ਕਰ ਚੁੱਕੇ ਹਾਂ ਉਹਨਾਂ ਦੇ ਵਿੱਚ। ਆਪਸ਼ਨ ਏ ਆਸਾ, ਬੀ ਮਾਝ, ਸੀ ਮਲਾਰ, ਡੀ ਤੁਖਾਰੀ। ਬਿਲਕੁਲ ਸਹੀ ਉੱਤਰ ਹੈ ਜਿਹੜੇ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ, ਤੁਖਾਰੀ ਰਾਗ ਦੇ ਵਿੱਚ। ਕੁਐਸਚਨ ਨੰਬਰ 108, ਪੰਜਾਬੀ ਦਾ ਪਹਿਲਾ ਵਿਆਕਰਨ ਕਦੋਂ ਤੇ ਕਿਸ ਨੇ ਲਿਖਿਆ? ਆਪਸ਼ਨ ਏ 1812 ਵਿੱਚ ਵਿਲੀਅਮ ਕੈਰੀ, ਬੀ 1852 ਵਿੱਚ ਜਾਨ ਨਿਊਟਨ, ਸੀ 1838 ਈਸਵੀ ਵਿੱਚ ਸੀ ਬੀ ਲੀਚ, ਡੀ 1809 ਵਿੱਚ ਸਰ ਰਿਚਰਡ ਟੈਂਪਲ। 108 ਨੰਬਰ ਕੁਐਸਚਨ ਦੇ ਲਈ ਸਹੀ ਉੱਤਰ ਚੁਣਿਆ ਜਾਵੇ ਪਹਿਲਾ ਪੰਜਾਬੀ ਦਾ ਵਿਆਕਰਨ। ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਗਿਆ 1812 ਦੇ ਵਿੱਚ ਵਿਲੀਅਮ ਕੈਰੀ ਦੁਆਰਾ। ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ ਏ ਬਿਲਕੁਲ ਠੀਕ ਆਨਸਰ ਹੈ। ਇਹ ਅੱਡ ਦੋ ਕੁਐਸਚਨ ਬਣਦੇ ਨੇ ਕਦੋਂ ਤੇ ਕਿਸ ਦੁਆਰਾ। ਠੀਕ ਹੈ, ਕੁਐਸਚਨ ਨੰਬਰ 109, ਜੈਸਰੀ ਦੀ ਵਾਰ ਕਿਸ ਗੁਰੂ ਕਵੀ ਦੀ ਰਚਨਾ ਹੈ? ਆਪਸ਼ਨ ਏ ਸ਼੍ਰੀ ਗੁਰੂ ਨਾਨਕ ਦੇਵ, ਬੀ ਸ਼੍ਰੀ ਗੁਰੂ ਅਮਰਦਾਸ, ਸੀ ਸ਼੍ਰੀ ਗੁਰੂ ਅੰਗਦ ਦੇਵ, ਡੀ ਸ਼੍ਰੀ ਗੁਰੂ ਅਰਜਨ ਦੇਵ। ਕੁਐਸਚਨ ਨੰਬਰ 109 ਦੇ ਲਈ ਆਨਸਰ ਚੁਣਿਆ ਜਾਵੇ। 109 ਨੰਬਰ ਦੇ ਲਈ ਕਰੋ ਜੀ ਆਨਸਰ। ਹਾਂਜੀ, ਕਿਸ ਦੀ ਰਚਨਾ ਹੈ ਜੈਸਰੀ ਦੀ ਵਾਰ? ਇਹ ਰਚਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਕੁਐਸਚਨ ਨੰਬਰ 110 ਹੈ ਜੀ, ਸੂਚੀ 1 ਦਾ ਮਿਲਾਨ ਸੂਚੀ 2 ਦੇ ਨਾਲ ਕਰਨਾ ਹੈ ਜੀ। ਬਸ ਸਿੰਪਲ ਫੰਡਾ ਉਹੀ ਹੈ ਕਿ ਜਿਹੜੇ ਆਉਂਦੇ ਪਹਿਲਾਂ ਉਹਨਾਂ ਨੂੰ ਮਿਲਾ ਲਓ, ਬਾਕੀ ਆਪਣੇ ਆਪ ਸੋਲਵ ਹੋ ਜਾਣਗੇ ਜੀ। ਬਾਬਾ ਫਰੀਦ ਚਿਸ਼ਤੀ ਦੇ ਨਾਲ ਸੰਬੰਧ ਹੈ। ਬੁੱਲੇ ਸ਼ਾਹ ਦਾ ਤੁਹਾਨੂੰ ਪਤਾ ਹੋਣਾ, ਬੁੱਲੇ ਸ਼ਾਹ ਕਾਦਰੀ, ਬੁੱਲੇ ਸ਼ਾਹ ਸ਼ਾਹ ਮੀਆਂ ਜੀ। ਠੀਕ ਹੈ ਜੀ, ਬੁੱਲੇ ਸ਼ਾਹ ਕਾਦਰੀ। ਏ ਦਾ 3, ਡੀ ਦਾ 4, ਏ ਦਾ 3, ਕਿੰਨਾ ਚੀ ਹੈ, ਡੀ ਦਾ 4, ਬੀ ਆਪਸ਼ਨ ਕਰੈਕਟ ਬਣੇਗਾ ਜੀ। ਸ਼ਾਹ ਹੁਸੈਨ ਮਲਾਮਤੀ ਤੇ ਮੀਆਂ ਵਜੀਦ ਰੌਸ਼ਨੀਆਂ ਦੇ ਨਾਲ ਸੰਬੰਧ ਹੈ ਇਹਨਾਂ ਦਾ। ਕੁਐਸਚਨ ਨੰਬਰ 111 ਦੇ ਵੱਲ ਵੱਧਦੇ ਹਾਂ। ਠੀਕ ਹੈ ਜੀ, ਬੀ ਆਪਸ਼ਨ ਪਿਛਲੇ ਕੁਐਸਚਨ ਦੇ ਲਈ। ਕੁਐਸਚਨ ਨੰਬਰ 111, ਗੁਰਦਿਆਲ ਸਿੰਘ ਦੇ ਨਾਵਲ ਅਣਹੋਏ ਦਾ ਮੁੱਖ ਪਾਤਰ ਹੈ? ਆਪਸ਼ਨ ਏ ਜਗਸੀਰ, ਬੀ ਬਿਸ਼ਨਾ, ਸੀ ਭਾਨੋ, ਡੀ ਮਦਨ। 111 ਨੰਬਰ ਦੇ ਲਈ ਆਨਸਰ ਚੁਣਿਆ ਜਾਵੇ। ਕਿਸ ਕੌਣ ਹੈ ਅਣਹੋਏ ਨਾਵਲ ਦਾ ਮੁੱਖ ਪਾਤਰ ਜੀ? ਜਿਨ੍ਹਾਂ ਦਾ ਆਨਸਰ ਆ ਰਿਹਾ ਜੀ 111 ਦੇ ਲਈ ਬਿਸ਼ਨਾ ਬਿਲਕੁਲ ਸਹੀ ਉੱਤਰ ਹੈ ਜੀ। ਬਿਸ਼ਨਾ ਹੈ ਅਣਹੋਏ ਦਾ ਮੁੱਖ ਪਾਤਰ। ਕੁਐਸਚਨ ਨੰਬਰ 112, ਲੱਸੀ ਪੈਰ ਪਾਇਆ ਜਾਂਦਾ ਹੈ? ਆਪਸ਼ਨ ਏ ਬਰਾਤ ਚੜ੍ਹਨ ਤੋਂ ਬਾਅਦ, ਬੀ ਸਿਹਰਾ ਬੰਨਣ ਤੋਂ ਬਾਅਦ, ਸੀ ਕਲਗੀ ਬੰਨਣ ਤੋਂ ਬਾਅਦ, ਡੀ ਬਰਾਤ ਚੜ੍ਹਨ ਤੋਂ ਪਹਿਲਾਂ। 112 ਨੰਬਰ ਕੁਐਸਚਨ ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ। ਹਾਂਜੀ, 112 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਜਿਹਨੂੰ ਵੀ ਪਤਾ ਹੈ ਲੱਸੀ ਪੈਰ ਪਾਇਆ ਇਸ ਰਸਮ ਬਾਰੇ, ਪਹਿਲੀ ਗੱਲ ਤਾਂ ਅੱਜ ਕੱਲ੍ਹ ਇਹ ਰਸਮ ਹੁੰਦੀ ਨਹੀਂ, ਬਟ ਜਿਹਨੂੰ ਵੀ ਪਤਾ ਹੈ ਜ਼ਰੂਰ ਦੱਸਿਆ ਜਾਵੇ ਜੀ। ਮੈਂ ਕੁਛ ਇੱਦਾਂ ਹੀ ਸੁਣਿਆ ਕਿ ਠੀਕ ਹੈ, ਪਹਿਲਾਂ ਤਾਂ ਆਨਸਰ ਕਰ ਲਿਆ ਜਾਵੇ ਬਰਾਤ ਚੜ੍ਹਨ ਤੋਂ ਬਾਅਦ। ਤੇ ਇਹਦੇ ਵਿੱਚ ਕੁਛ ਮਤਲਬ ਕੱਚੀ ਲੱਸੀ ਦੇ ਵਿੱਚ ਪੈਰ ਵਗੈਰਾ ਡੁਬੋ ਕੇ ਬੈਠ ਜਾਂਦੀਆਂ ਨੇ ਦਰਾਣੀਆਂ ਜਠਾਣੀਆਂ, ਤੇ ਕੋਈ ਪਤਾ ਨਹੀਂ ਕੱਚਾ ਧਾਗਾ ਉਹਨੂੰ ਮਤਲਬ ਇੱਕ ਸਿਰਾ ਉਹਦਾ ਡੁਬੋ ਦਿੰਦੀਆਂ, ਕੁਛ ਇਸ ਤਰ੍ਹਾਂ ਦੀ ਇਹ ਰਸਮ ਹੈ। ਜਿਹਨੂੰ ਚੰਗੀ ਤਰ੍ਹਾਂ ਪਤਾ ਇਸ ਬਾਰੇ ਤੇ ਉਹ ਜ਼ਰੂਰ ਦੱਸਣ। ਕੁਐਸਚਨ ਨੰਬਰ 113 ਦੇ ਵੱਲ ਵੱਧਦੇ। 113 ਨੰਬਰ ਹੈ, ਮੇਰਾ ਆਖਰੀ ਸਫ਼ਰਨਾਮਾ ਕਿਸ ਸਫ਼ਰਨਾਮਾਕਾਰ ਦੀ ਕਿਰਤ ਹੈ? ਆਪਸ਼ਨ ਏ ਹੀਰਾ ਸਿੰਘ ਦਰਦ, ਬੀ ਡਾਕਟਰ ਗੰਡਾ ਸਿੰਘ, ਸੀ ਲਾਲ ਸਿੰਘ ਕਮਲਾ ਅਕਾਲੀ, ਡੀ ਮਨਮੋਹਨ ਸਿੰਘ ਮਨਮੋਹਨ ਬਾਵਾ। ਕੁਐਸਚਨ ਨੰਬਰ 113 ਦੇ ਲਈ ਆਨਸਰ ਕਰਿਆ ਜਾਵੇ ਜੀ। ਹਾਂਜੀ, ਬਿਲਕੁਲ ਠੀਕ ਆਨਸਰ ਹੈ ਜਿਹੜੇ ਲਾਲ ਸਿੰਘ ਕਮਲਾ ਅਕਾਲੀ ਆਨਸਰ ਕਰ ਰਹੇ ਨੇ ਆਪਸ਼ਨ ਸੀ। ਕੁਐਸਚਨ ਨੰਬਰ 114 ਦੇ ਵੱਲ ਵੱਧਦੇ ਹਾਂ। 114 ਨੰਬਰ ਹੀ ਭਾਈ ਗੁਰਦਾਸ ਜੀ ਦੀ ਤੁਕ ਆਪਣੇ ਆਪਨੜੇ ਹਰ ਸੀ ਆਪੇ ਹੀ ਵੇਖਿਆ ਨੂੰ ਆਧਾਰ ਬਣਾ ਕੇ ਕਿਸ ਲੇਖਕ ਨੇ ਸਵੈ ਜੀਵਨੀ ਲਿਖੀ? ਆਪਸ਼ਨ ਏ ਗੁਰਬਖਸ਼ ਸਿੰਘ, ਬੀ ਕਪੂਰ ਸਿੰਘ, ਸੀ ਤੇਜਾ ਸਿੰਘ, ਡੀ ਪੂਰਨ ਸਿੰਘ। ਕਰੈਕਟ ਆਨਸਰ 114 ਨੰਬਰ ਲਈ ਕਰਿਆ ਜਾਵੇ। ਬਿਲਕੁਲ ਈਜ਼ੀ ਕੁਐਸਚਨ ਹੈ 114 ਨੰਬਰ। ਹਾਂਜੀ, ਜਿਹੜੇ ਵੀ 114 ਦੇ ਲਈ ਆਨਸਰ ਕਰ ਰਹੇ ਨੇ ਜੀ ਪ੍ਰਿੰਸੀਪਲ ਤੇਜਾ ਸਿੰਘ, ਬਿਲਕੁਲ ਠੀਕ ਆਨਸਰ ਹੈ। ਕੁਐਸਚਨ ਨੰਬਰ 115,
ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ ਬਿੰਦੂ ਥਾਪ ਕੇ ਪੰਜਾਬ ਦੇ ਸੱਭਿਆਚਾਰ ਬਾਰੇ ਵਿਸ਼ਾਲ ਚਿੱਤਰ ਪੇਸ਼ ਕੀਤਾ ਹੈ। ਆਪਸ਼ਨ ਏ ਰਾਮ ਸਰੂਪ ਅਣਖੀ ਨੇ, ਬੀ ਵਣਜਾਰਾ ਬੇਦੀ ਨੇ, ਸੀ ਗਿਆਨੀ ਗੁਰਦਿੱਤ ਸਿੰਘ ਨੇ, ਡੀ ਦਲੀਪ ਕੌਰ ਟਿਵਾਣਾ ਨੇ। ਕੁਐਸਚਨ ਨੰਬਰ 115 ਦੇ ਲਈ ਆਂਸਰ ਕਰਿਆ ਜਾਵੇ। ਇੱਕ ਪਿੰਡ ਨੂੰ ਕੇਂਦਰ ਬਣਾ ਕੇ ਕੁਝ ਇਸ ਤਰ੍ਹਾਂ ਕੁਐਸਚਨ ਨੂੰ ਲਿਖਿਆ ਗਿਆ ਹੈ, ਜੋ ਕੀ ਕਰਦਾ ਹੈ ਕਨਫਿਊਜ਼। ਹਾਂਜੀ, ਇਹ ਕਰਦਾ ਹੈ ਜੀ ਕਨਫਿਊਜ਼, ਤੇ ਆਂਸਰ ਇਹਦੇ ਵਿੱਚ ਹੋ ਸਕਦਾ ਹੈ ਜੀ ਗਲਤ। ਸਹੀ ਉੱਤਰ ਚੁਣਿਆ ਜਾਵੇ। ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ ਬਿੰਦੂ ਥਾਪ ਕੇ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਹੈ। ਕਿਸਨੇ ਪੇਸ਼ ਕੀਤਾ ਹੈ? ਗਿਆਨੀ ਗੁਰਦਿੱਤ ਸਿੰਘ ਨੇ। ਸੋ ਦੇਖੋ, ਇੱਕ ਪਿੰਡ ਨੂੰ ਕੇਂਦਰ ਬਿੰਦੂ ਥਾਪ ਕੇ ਇਹ ਲਾਈਨ ਲਿਖਣ ਦਾ ਰੀਜ਼ਨ ਕਨਫਿਊਜ਼ ਕਰਨਾ। ਰਾਮ ਸਰੂਪ ਅਣਖੀ ਬਹੁਤ ਜਣਿਆਂ ਨੇ ਆਂਸਰ ਇਹਦਾ ਸੋਚਿਆ ਹੋਣਾ। ਸੋ ਜਿਹੜੇ ਵੀ ਸੌਰੀ ਬਾਈ ਮਿਸਟੇਕ ਉਹੀ ਲੱਗ ਗਿਆ। ਅਸਲ 'ਚ ਇਹਦਾ ਆਂਸਰ ਆਪਸ਼ਨ ਸੀ ਆਵੇਗਾ, ਰਾਮ ਸਰੂਪ ਅਣਖੀ ਨਹੀਂ। ਠੀਕ ਹੈ ਜੀ। ਕੁਐਸਚਨ ਨੰਬਰ 116 ਦੇ ਵੱਲ ਵੱਧਦੇ ਹਾਂ। 116 ਨੰਬਰ ਕਿਹੜੇ ਸੂਫੀ ਕਵੀ ਨੂੰ ਆਸਰਾ ਸਤਾਰਾ ਨਾਲ ਜੋੜਿਆ ਜਾ ਸਕਦਾ ਹੈ? ਆਪਸ਼ਨ ਏ ਅਲੀ ਹੈਦਰ, ਬੀ ਸ਼ਾਹ ਹੁਸੈਨ, ਸੀ ਵਜੀਦ, ਡੀ ਫਰਦ ਫਕੀਰ। 116 ਨੰਬਰ ਦੇ ਲਈ ਆਂਸਰ ਚੁਣਿਆ ਜਾਵੇ। ਕੁਐਸਚਨ ਨੰਬਰ 116 ਦੇ ਲਈ ਸਹੀ ਉੱਤਰ ਚੁਣੋ। ਹਾਂਜੀ, 116 ਦੇ ਲਈ ਜਿਹੜੇ ਵੀ ਵਜੀਦ ਆਂਸਰ ਕਰ ਰਹੇ ਨੇ, ਬਿਲਕੁਲ ਠੀਕ ਆਂਸਰ ਹੈ ਜੀ। ਹਾਂਜੀ, ਵਜ਼ੀਰ ਜਿਨ੍ਹਾਂ ਨੇ ਆਂਸਰ ਕੀਤਾ ਬਿਲਕੁਲ ਠੀਕ ਹੈ ਜੀ। ਇੱਕ ਪਿੰਡ ਵਾਲਾ ਕੋਠੀ ਖੜਕ ਸਿੰਘ, ਬਿਲਕੁਲ ਠੀਕ ਹੈ ਜੀ। ਹਾਂਜੀ, ਕੁਐਸਚਨ ਨੰਬਰ 117 ਦੇ ਵੱਲ ਵੱਧਦੇ ਹਾਂ। 117 ਨੰਬਰ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ? ਰਿਪੀਟ ਕੁਐਸਚਨ ਵਾਰ-ਵਾਰ ਆ ਚੁੱਕਿਆ। ਆਪਸ਼ਨ ਏ 19, ਬੀ 20, ਸੀ 21 ਤੇ ਡੀ 22। 117 ਨੰਬਰ ਦੇ ਲਈ ਆਂਸਰ ਚੁਣਿਆ ਜਾਵੇ ਜੀ। 117 ਨੰਬਰ ਦੇ ਲਈ ਕਰੋ ਜੀ ਆਂਸਰ। ਬਿਲਕੁਲ ਠੀਕ ਆਂਸਰ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਨੇ 19 ਰਾਗਾਂ ਦੇ ਵਿੱਚ। ਕੁਐਸਚਨ ਨੰਬਰ 118। 118 ਨੰਬਰ ਇਹ ਭਾਈ ਗੁਰਦਾਸ ਜੀ ਨੂੰ ਕਿਸ ਵਿਦਵਾਨ ਨੇ ਪੰਜਾਬੀ ਦਾ ਸੈਂਟ ਪਾਲ ਕਿਹਾ ਹੈ? ਆਪਸ਼ਨ ਏ ਸੰਤ ਸਿੰਘ ਸੇਖੋਂ, ਬੀ ਡਾਕਟਰ ਮੋਹਨ ਸਿੰਘ, ਸੀ ਪ੍ਰਿੰਸੀਪਲ ਸਾਹਿਬ ਸਿੰਘ, ਡੀ ਸਤਿੰਦਰ ਸਿੰਘ ਨੂਰ। 118 ਨੰਬਰ ਦੇ ਲਈ ਕਰਿਆ ਜਾਵੇ ਸਹੀ ਉੱਤਰ। ਕਿਸਨੇ ਕਿਹਾ ਜੀ ਸੈਂਟ ਪਾਲ ਭਾਈ ਗੁਰਦਾਸ ਜੀ ਨੂੰ ਪੰਜਾਬੀ ਦਾ ਸੈਂਟ ਪਾਲ? ਹਾਂਜੀ, ਡਾਕਟਰ ਮੋਹਨ ਸਿੰਘ ਨੇ ਕਿਹਾ ਹੈ। ਆਪਸ਼ਨ ਬੀ ਜਿਨ੍ਹਾਂ ਨੇ ਚੁਣਿਆ ਬਿਲਕੁਲ ਠੀਕ ਹੈ। ਬਾਕੀ ਨੋਟ ਕਰਨਗੇ। ਕੁਐਸਚਨ ਨੰਬਰ 119। 119 ਨੰਬਰ ਹੈ ਜੀ ਅਵਲ ਹਮਦ ਖੁਦਾਈ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ। ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ। ਖੁਦਾ ਦੀ ਮਹਿਮਾ ਵਿੱਚ ਉਪਰੋਕਤ ਸਤਰਾਂ ਕਿਸ ਕਿੱਸਾਕਾਰ ਨੇ ਲਿਖੀਆਂ ਹਨ? ਆਪਸ਼ਨ ਏ ਵਾਰਿਸ ਸ਼ਾਹ, ਬੀ ਦਮੋਦਰ, ਸੀ ਹਾਫਿਜ਼ ਬਰਖੁਰਦਾਰ, ਡੀ ਹਾਸ਼ਮ ਸ਼ਾਹ। ਕੁਐਸਚਨ ਨੰਬਰ 119 ਦੇ ਲਈ ਕਰਿਆ ਜਾਵੇ ਸਹੀ ਉੱਤਰ। 119 ਦੇ ਲਈ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਨੇ ਵਾਰਿਸ ਸ਼ਾਹ ਨੇ ਲਿਖੀਆਂ ਨੇ ਇਹ ਸਤਰਾਂ, ਬਿਲਕੁਲ ਠੀਕ ਆਂਸਰ ਹੈ। ਕੁਐਸਚਨ ਨੰਬਰ 120 ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਕਿਸ ਛੰਦ ਦੇ ਵਿੱਚ ਹੈ? ਆਪਸ਼ਨ ਏ ਕੋਰੜਾ, ਬੀ ਦਵਈਆ, ਸੀ ਬੈਂਤ, ਡੀ ਕਬਿੱਤ। 120 ਨੰਬਰ ਦੇ ਲਈ ਚੁਣਿਆ ਜਾਵੇ ਸਹੀ ਆਂਸਰ। ਪੂਰਨ ਭਗਤ ਕਿੱਸਾ ਕਿਸ ਛੰਦ ਦੇ ਵਿੱਚ ਹੈ? ਹਾਂਜੀ, ਪੂਰਨ ਭਗਤ ਕਿੱਸਾ ਹੈ ਜੀ ਬੈਂਤ ਦੇ ਵਿੱਚ, ਠੀਕ ਆਂਸਰ ਹੋਵੇਗਾ। ਹਾਂ, ਸੀਰਫੀਆਂ ਦੇ ਵਿੱਚ ਵੀ ਹੈ, ਜੇਕਰ ਆਪਸ਼ਨ ਦੇ ਵਿੱਚ ਹੈ ਤਾਂ ਉਹ ਆਂਸਰ ਠੀਕ ਹੋਵੇਗਾ। ਦੋਵੇਂ ਤਰੀਕੇ ਨਾਲ ਕੁਐਸਚਨ ਪੁੱਛਿਆ ਜਾਂਦਾ ਹੈ। 21 ਨੰਬਰ ਕੁਐਸਚਨ ਹੈ ਦੁਆਬੇ ਦੇ ਇਲਾਕੇ ਦਾ ਨਾਟਕਕਾਰ ਹੈ। ਆਪਸ਼ਨ ਹੈ ਗੁਰਦਿਆਲ ਸਿੰਘ ਫੁੱਲ, ਬੀ ਪਾਂਧੀ ਨਨਕਾਣਵੀ, ਸੀ ਕਪੂਰ ਸਿੰਘ ਘੁੰਮਣ, ਡੀ ਚਰਨਦਾਸ ਸਿੱਧੂ। ਰਿਪੀਟਡ ਕੁਐਸਚਨ ਨੂੰ ਪੁੱਛਣ ਦਾ ਤਰੀਕਾ ਇੱਥੇ ਬਦਲ ਗਿਆ ਹੈ। ਹਾਂਜੀ, ਦੁਆਬੇ ਦੇ ਇਲਾਕੇ ਦਾ ਨਾਟਕਕਾਰ ਚਰਨਦਾਸ ਸਿੱਧੂ ਜਿਨ੍ਹਾਂ ਨੇ ਆਂਸਰ ਕੀਤਾ ਹੈ ਸਭ ਦਾ ਹੈ ਬਿਲਕੁਲ ਠੀਕ। ਬਾਕੀ ਕਰਨਗੇ ਜੀ ਨੋਟ। 122 ਨੰਬਰ ਕੁਐਸਚਨ ਹੈ ਪੰਜਾਬੀ ਵਿੱਚ ਵਾਰ ਕਾਵਿ ਦੇ ਸਭ ਤੋਂ ਪ੍ਰਸਿੱਧ ਛੰਦ ਹਨ? ਆਪਸ਼ਨ ਏ ਪੌੜੀ ਤੇ ਕੋਰੜਾ, ਬੀ ਨਿਸ਼ਾਨੀ ਤੇ ਸਰਖੰਡੀ, ਸੀ ਨਿਸ਼ਾਨੀ ਤੇ ਦਈਆ, ਡੀ ਦਵਈਆ ਤੇ ਬੈਂਤ। ਹਾਂਜੀ, ਪੰਜਾਬੀ ਚ ਵਾਰ ਕਾਵਿ ਦੇ ਸਭ ਤੋਂ ਪ੍ਰਸਿੱਧ ਛੰਦ ਪੁੱਛੇ ਨੇ ਜਿਹੜੇ ਵੀ ਨਿਸ਼ਾਨੀ ਤੇ ਸਰਖੰਡੀ। ਆਪਸ਼ਨ ਬੀ ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 123 ਸਰ ਰਿਚਰਡ ਟੈਂਪਲ ਨੇ ਕਿਹੜੇ ਕਿੱਸਾਕਾਰ ਦਾ ਕਿੱਸਾ ਸਾਡੀਆਂ ਮਰਾਸੀਆਂ ਪਾਸੋਂ ਸੁਣ ਕੇ, ਇੱਥੇ ਨਾ ਗਲਤ ਹੋ ਗਿਆ, ਲਿੰਗੁਇਸਟਿਕ ਆਫ ਦੀ ਪੰਜਾਬੀ ਸੌਰੀ ਲੈਜੈਂਡ ਆਫ ਪੰਜਾਬ ਆਉਣਾ ਇੱਥੇ। ਅਸਲ 'ਚ ਨਾ ਇਹ ਪੰਜਾਬੀ 'ਚ ਹੀ ਰਹਿ ਗਿਆ। ਲੈਜੈਂਡ ਆਫ ਪੰਜਾਬ ਪੁਸਤਕ ਦੇ ਵਿੱਚ ਪ੍ਰਕਾਸ਼ਿਤ ਕੀਤਾ। ਸਰ ਰਿਚਰਡ ਟੈਂਪਲ ਨੇ ਕਿਹੜੇ ਕਿੱਸਾਕਾਰ ਦਾ ਕਿੱਸਾ ਢਾਡੀਆਂ ਮਰਾਸੀਆਂ ਪਾਸੋਂ ਸੁਣ ਕੇ ਲੈਜੈਂਡ ਆਫ ਪੰਜਾਬ ਪੁਸਤਕ ਦੇ ਵਿੱਚ ਪ੍ਰਕਾਸ਼ਿਤ ਕੀਤਾ? ਆਪਸ਼ਨ ਏ ਪੀਲੂ, ਬੀ ਫਜ਼ਲ ਸ਼ਾਹ, ਸੀ ਮੁਕਬਲ, ਡੀ ਦਮੋਦਰ।
123 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ, 123 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਜਿਹੜੇ ਵੀ ਪੀਲੂ ਦਾ ਮਿਰਜ਼ਾ ਆਂਸਰ ਕਰ ਰਹੇ ਨੇ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 124 ਭਰਤਰੀ-ਹਰੀ ਕਿੱਸੇ ਦਾ ਕਰਤਾ ਕੌਣ ਹੈ? ਆਪਸ਼ਨ ਪ੍ਰੋਫੈਸਰ ਪੂਰਨ ਸਿੰਘ, ਬੀ ਧਨੀਰਾਮ ਚਾਤ੍ਰਿਕ, ਸੀ ਫਿਰੋਜ਼ਦੀਨ ਸਰਫ ਤੇ ਡੀ ਭਾਈ ਵੀਰ ਸਿੰਘ। ਕਰੈਕਟ ਆਂਸਰ 124 ਨੰਬਰ ਦੇ ਲਈ ਕਰਿਆ ਜਾਵੇ ਜੀ। ਕੁਐਸਚਨ ਨੰਬਰ 124 ਦੇ ਲਈ ਕਰੋ ਜੀ ਆਂਸਰ। ਭਰਤਰੀ-ਹਰੀ ਕਿੱਸੇ ਦਾ ਕਰਤਾ ਪੁੱਛਿਆ ਜੀ। ਇੱਕ ਭਰਤਰੀ-ਹਰੀ ਤੇ ਇੱਕ ਭਰਤਰੀ-ਹਰੀ ਦਾ ਨੀਤੀ ਸ਼ਤਕ ਦੋ ਮਿਲਦੇ ਨੇ, ਅੱਡ ਅੱਡ ਦੋ ਰਚਨਾਵਾਂ ਮਿਲਦੀਆਂ ਨੇ, ਜੋ ਇੱਕ ਹੈ ਧਨੀਰਾਮ ਚਾਤ੍ਰਿਕ ਦੀ ਤੇ ਇੱਕ ਭਾਈ ਵੀਰ ਸਿੰਘ ਦੀ। ਦਿੱਤੀ ਗਈ ਰਚਨਾ ਭਰਤਰੀ-ਹਰੀ ਪੁੱਛੀ ਹੈ, ਇਹ ਹੈ ਜੀ ਧਨੀਰਾਮ ਚਾਤ੍ਰਿਕ ਦੀ ਰਚਨਾ। ਨੀਤੀ ਸ਼ਤਕ ਜੇ ਪੁੱਛਿਆ ਜਾਵੇ ਭਰਤਰੀ-ਹਰੀ ਦਾ ਨੀਤੀ ਸ਼ਤਕ ਤਾਂ ਭਾਈ ਵੀਰ ਸਿੰਘ। ਕੁਐਸਚਨ ਨੰਬਰ 125 ਪੰਜਾਬੀ ਨਾਟਕ ਨੂੰ ਐਬਸਰਡ ਵਾਦ ਦੀ ਪਰੰਪਰਾ ਨਾਲ ਕਿਹੜੇ ਨਾਟਕਕਾਰ ਨੇ ਜੋੜਿਆ ਹੈ? 125 ਨੰਬਰ ਲਈ ਕਰੈਕਟ ਆਂਸਰ ਕਰਿਆ ਜਾਵੇ। ਹਾਂਜੀ, 125 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਸੋ ਜਿਹੜੇ ਵੀ 125 ਨੰਬਰ ਦੇ ਲਈ ਆਂਸਰ ਕਰ ਰਹੇ ਨੇ, ਸੁਰਜੀਤ ਸਿੰਘ ਸੇਠੀ ਬਿਲਕੁਲ ਠੀਕ ਆਂਸਰ ਹੈ। ਕੁਐਸਚਨ ਨੰਬਰ 126 ਦੇ ਵੱਲ ਵਧਦੇ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਕਿਹੜੀ ਅਪਭ੍ਰੰਸ਼ ਵਿੱਚੋਂ ਪੰਜਾਬੀ ਦਾ ਨਿਕਾਸ ਵੇਖਦੇ ਹਨ? ਆਪਸ਼ਨ 1 ਹੈ ਕਈ, ਬੀ ਸ਼ੌਰਸ਼ੈਣੀ, ਸੀ ਪੈਸ਼ਾਚੀ, ਡੀ ਪਾਲੀ। 126 ਨੰਬਰ ਲਈ ਆਂਸਰ ਕਰੋ ਜੀ। ਕੁਐਸਚਨ ਨੰਬਰ 126 ਲਈ ਚੁਣਿਆ ਜਾਵੇ ਸਹੀ ਉੱਤਰ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਕਿਹੜੀ ਅਪਭ੍ਰੰਸ਼ ਵਿੱਚੋਂ ਪੰਜਾਬੀ ਦਾ ਨਿਕਾਸ ਵੇਖਦੇ ਹਨ? ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ 1 ਹੈ ਕਈ ਠੀਕ ਆਂਸਰ ਹੋਵੇਗਾ, ਬਾਕੀ ਨੋਟ ਕਰਨਗੇ। ਵੈਸੇ ਸਿੰਪਲੀ ਕੁਐਸਚਨ ਪੁੱਛਿਆ ਜਾਂਦਾ ਹੈ ਕਿਹੜੀ ਭਾਸ਼ਾ ਦੇ ਵਿੱਚੋਂ ਨਿਕਾਸ ਹੋਇਆ ਹੈ ਅਪਭ੍ਰੰਸ਼ ਦੇ ਵਿੱਚੋਂ, ਸ਼ੌਰਸ਼ੈਣੀ ਆਂਸਰ ਵੇਖਣ ਨੂੰ ਮਿਲ ਜਾਂਦਾ। ਮੋਸਟਲੀ ਕੁਐਸਚਨ ਇੱਦਾਂ ਪੁੱਛੇ ਗਏ ਆ। ਕੁਐਸਚਨ ਨੰਬਰ 127 ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਪੰਜਾਬੀ ਦਾ ਸਭ ਤੋਂ ਛੋਟਾ ਕਾਵਿ ਰੂਪ ਕਿਹੜਾ ਹੈ? ਆਪਸ਼ਨ 1 ਘੋੜੀ, ਬੀ ਬੋਲੀ, ਸੀ ਅਲਾਹੁਣੀ, ਡੀ ਸੁਹਾਗ। 127 ਨੰਬਰ ਲਈ ਕਰੋ ਜੀ ਆਂਸਰ। 127 ਨੰਬਰ ਦੇ ਲਈ ਕਰਿਆ ਜਾਵੇ ਸਹੀ ਉੱਤਰ। ਜਿਹੜੇ ਵੀ 127 ਨੰਬਰ ਦੇ ਲਈ ਆਂਸਰ ਕਰ ਰਹੇ ਨੇ ਬੋਲੀ। ਹਾਂਜੀ, ਇੱਕ ਤੁਕੀ ਹੁੰਦੀ ਹੈ। ਜਿਹੜੇ ਵੀ ਬੀ ਆਪਸ਼ਨ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 128 ਚੋਰ ਭਲਾਈ ਦੀ ਰਸਮ ਕਦੋਂ ਕੀਤੀ ਜਾਂਦੀ ਹੈ? ਆਪਸ਼ਨ ਏ ਸ਼ਮਸ਼ਾਨ ਭੂਮੀ ਵੱਲ ਜਾਂਦਿਆਂ ਰਾਹ ਵਿੱਚ, ਬੀ ਤਿਆਰ ਕਰਨ ਸਮੇਂ, ਸੀ ਫੁੱਲ ਚੁਗਣ ਸਮੇਂ, ਡੀ ਸੰਸਕਾਰ ਕਰਦੇ ਕਰਕੇ ਵਾਪਸ ਪਰਤਦੇ ਸਮੇਂ। ਕਰੈਕਟ ਆਂਸਰ ਕੁਐਸਚਨ ਨੰਬਰ 128 ਦੇ ਲਈ ਕਰਿਆ ਜਾਵੇ ਤੇ ਚੋਰ ਭਲਾਈ ਦੀ ਰਸਮ ਦੇ ਵਿੱਚ ਕੀ ਹੁੰਦਾ ਹੈ ਉਹ ਵੀ ਕਰਿਆ ਜਾਵੇ ਆਂਸਰ। 128 ਨੰਬਰ ਦੇ ਲਈ ਜੀ ਸ਼ਮਸ਼ਾਨ ਭੂਮੀ ਵੱਲ ਜਾਂਦਿਆਂ ਰਾਹ ਦੇ ਵਿੱਚ। ਆਪਸ਼ਨ ਏ ਇਹ ਜਿਹੜੇ ਕਰ ਰਹੇ ਨੇ ਬਿਲਕੁਲ ਠੀਕ ਹੈ। ਪਰ ਚੋਰ ਭਲਾਈ ਦੇਖੋ, ਮੈਂ ਤਾਂ ਜਿਹੜੀਆਂ ਸੁਣੀਆਂ ਨੇ ਜਿਹਦੇ ਵਿੱਚ ਮਤਲਬ ਕਿ ਪਿੱਛੇ ਮੁੜ ਕੇ ਨਾ ਦੇਖਣਾ ਜਾਂ ਫਿਰ ਡੱਕਾ ਤੋੜਨਾ, ਇਸ ਤਰ੍ਹਾਂ ਦੀਆਂ ਰਸਮਾਂ ਜ਼ਰੂਰ ਸੁਣੀਆਂ। ਚੋਰ ਭਲਾਈ ਮੈਂ ਪੜ੍ਹ ਰਿਹਾ ਕਿਤਾਬਾਂ ਦੇ ਵਿੱਚ, ਬਟ ਐਗਜ਼ੈਕਟਲੀ ਮੈਨੂੰ ਇਸ ਬਾਰੇ ਨਹੀਂ ਕਨਫਰਮੇਸ਼ਨ ਕਿ ਇਹ ਚੋਰ ਭਲਾਈ ਉਹੀ ਹੈ ਜਾਂ ਹੋਰ ਹੈ। ਬੋਰਡ ਨੇ ਆਂਸਰ ਆਪਸ਼ਨ ਏ ਕੀਤਾ ਤੇ ਜੇ ਤਾਂ ਹੁੰਦਾ ਜੀ ਮਤਲਬ ਕਿ ਡੱਕਾ ਤੋੜਨਾ ਜਾਂ ਉਹ ਤਾਂ ਫਿਰ ਵਾਪਸ ਆਉਂਦੇ ਵੇਲੇ ਹੀ ਹੁੰਦਾ। ਬੋਰਡ ਨੇ ਆਂਸਰ ਇਹ ਕੀਤਾ ਠੀਕ ਹੈ। ਜੇ ਡੱਕਾ ਤੋੜਨਾ ਵਗੈਰਾ ਉਹ ਤਾਂ ਫਿਰ ਮਤਲਬ ਵਾਪਸ ਆਉਣ ਵੇਲੇ ਵੀ ਪਿੱਛੇ ਨਾ ਵੇਖਣਾ, ਮੁੜ ਕੇ ਕੁਛ ਇਸ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਨੇ। ਤੇ ਡੱਕਾ ਤੋੜਨਾ ਸੰਬੰਧ ਤੋੜਨ ਨਾਲ ਰਸਮ ਹੁੰਦੀ ਹੈ ਠੀਕ ਹੈ। ਜੇਕਰ ਕਿਸੇ ਨੂੰ ਹੋਰ ਜ਼ਿਆਦਾ ਇਸ ਬਾਰੇ ਪਤਾ ਹੈ ਤਾਂ ਉਹ ਜ਼ਰੂਰ ਆਂਸਰ ਕਰਿਆ ਜਾਵੇ ਕਮੈਂਟ ਬਾਕਸ ਦੇ ਵਿੱਚ ਜੀ। ਠੀਕ ਹੈ ਜੀ। ਕੁਐਸਚਨ ਨੰਬਰ 129 ਦੇ ਵੱਲ ਵਧਦੇ ਹਾਂ ਜੀ। ਹਾਂਜੀ, ਜਿਨ੍ਹਾਂ ਸਮਾਜ ਦੇ ਵਿੱਚ ਹੁੰਦੀ ਹੈ, ਜਿਨ੍ਹਾਂ ਦੇ ਵੀ ਹੁੰਦੀ ਹੈ, ਉਹ ਜ਼ਿਆਦਾ ਇਸ ਬਾਰੇ ਨੌਲੇਜ ਰੱਖਦੇ ਹੋਣਗੇ। ਕੋਈ ਵੀ ਹੈ ਇਸ ਤਰ੍ਹਾਂ ਦਾ ਪਰਸਨ ਤਾਂ ਉਹ ਕਮੈਂਟ ਕਰਕੇ ਜ਼ਰੂਰ ਦੱਸੇ ਜਿਸ ਨੂੰ ਵੀ ਇਸ ਬਾਰੇ ਹੋਰ ਜ਼ਿਆਦਾ ਡੀਪਲੀ ਪਤਾ ਹੈ। 129 ਨੰਬਰ ਪੰਜਾਬੀ ਭਾਸ਼ਾ ਦੀ ਸੁਰ ਯੰਤਰੀ ਧੁਨੀ ਕਿਹੜੀ ਹੈ? ਆਪਸ਼ਨ ਏ ਕੱਕਾ, ਅੜਾੜਾ, ਹਾਹਾ, ਪੱਪਾ। ਹਾਂਜੀ, ਆਪਸ਼ਨ ਏ ਕੱਕਾ, ਬੀ ਅੜਾੜਾ, ਸੀ ਹਾਹਾ, ਡੀ ਪੱਪਾ। 129 ਨੰਬਰ ਦੇ ਲਈ ਆਂਸਰ ਚੁਣਿਆ ਜਾਵੇ। 129 ਦੇ ਲਈ ਆਂਸਰ ਹੋਵੇਗਾ ਜੀ ਆਪਸ਼ਨ
ਸੀ ਯਈਆ ਤੇ ਹਾਹਾ ਉਹ ਹੁੰਦੇ ਨੇ। ਬਿਲਕੁਲ ਠੀਕ ਠੀਕ ਹੈ, ਸੀ ਆਪਸ਼ਨ ਹੀ ਹੋਵੇਗਾ ਕਰੈਕਟ ਆਂਸਰ। ਜਿਹੜੇ ਵੀ ਸੀ ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਨੇ, ਬਾਕੀ ਕਰਨ ਜੀ ਨੋਟ ਡਾਊਨ। ਕੁਐਸਚਨ ਨੰਬਰ 130 ਦੇ ਵੱਲ ਵੱਧਦੇ ਹਾਂ ਜੀ। 130 ਨੰਬਰ ਹੈ, ਗੁਰਮੁਖੀ ਦਾ ਕਿਹੜਾ ਅੱਖਰ ਅਰਧ ਸਵਰ ਹੈ? ਆਪਸ਼ਨ ਹੈ ਨੰਨਾ, ਬੀ ਐੜਾ, ਸੀ ਯਈਆ, ਡੀ ਰਾਰਾ। 130 ਨੰਬਰ ਦੇ ਲਈ ਕਰਿਆ ਜਾਵੇ ਆਂਸਰ। 130 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ, ਅਰਧ ਸਵਰ। ਕੁਐਸਚਨ ਨੰਬਰ 130, 130 ਨੰਬਰ ਦੇ ਲਈ ਫਟਾਫਟ ਕਰੋ ਸਹੀ ਉੱਤਰ। ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ 130 ਨੰਬਰ ਦੇ ਲਈ ਯਹੀ ਆ ਆਪਸ਼ਨ ਸੀ, ਬਿਲਕੁਲ ਠੀਕ ਹੈ। ਕੁਐਸਚਨ ਨੰਬਰ 131 ਦੇ ਵੱਲ ਵੱਧਦੇ ਹਾਂ ਜੀ। 131 ਨੰਬਰ ਹੈ, ਵਿਆਖਿਆ ਵਿਧੀ ਦੀਆਂ ਕਿੰਨੀਆਂ ਉਪ ਵਿਧੀਆਂ ਹੁੰਦੀਆਂ ਹਨ? ਆਪਸ਼ਨ ਹੈ 2, ਬੀ 3, ਸੀ 4, ਡੀ 7। ਜਿਵੇਂ ਡੀ ਟ੍ਰਿਪਲਸ ਬੀ ਦੇ ਵਿੱਚ ਪੈਡਾਗੋਜੀ ਦੇ ਨਾਲ ਸੰਬੰਧਿਤ ਕੁਐਸਚਨ ਆਉਂਦੇ ਨੇ, ਇਹਦੇ ਵਿੱਚ ਵੀ ਆਉਂਦੇ ਆ 10 ਜਾਂ 20 ਕੁਐਸਚਨ ਆ ਜਾਂਦੇ ਆ, ਰਾਜਸਥਾਨ ਦੇ ਪੇਪਰਾਂ ਦੇ ਵੇਖਣ ਨੂੰ ਮਿਲਦੇ ਆ ਜੀ। ਤੋ ਅੱਗੇ ਉਹੀ ਕੁਐਸਚਨ ਹੋਣਗੇ ਜੀ। 131 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਜਿਹੜੇ ਵੀ ਆਂਸਰ ਬੀ ਦੇ ਨਾਲ ਜਾ ਰਹੇ ਨੇ 3 ਠੀਕ ਉੱਤਰ ਹੋਵੇਗਾ। ਕੁਐਸਚਨ ਨੰਬਰ 132, ਸੁਕਰਾਤ ਨੇ ਸਭ ਤੋਂ ਪਹਿਲਾਂ ਕਿਸ ਵਿਧੀ ਦਾ ਪ੍ਰਯੋਗ ਕੀਤਾ ਸੀ? ਆਪਸ਼ਨ ਏ ਵਿਆਖਿਆ ਵਿਧੀ, ਬੀ ਸਮੀਖਿਆ ਵਿਧੀ, ਸੀ ਆਲੋਚਨਾ ਵਿਧੀ, ਡੀ ਪ੍ਰਸ਼ਨ ਉੱਤਰ ਵਿਧੀ। 132 ਨੰਬਰ ਕੁਐਸਚਨ ਕਰੈਕਟ ਆਂਸਰ ਕਰਿਆ ਜਾਵੇ 132 ਨੰਬਰ ਦੇ ਲਈ। ਸੁਕਰਾਤ ਨੇ ਸਭ ਤੋਂ ਪਹਿਲਾਂ ਕਿਸ ਵਿਧੀ ਦਾ ਪ੍ਰਯੋਗ ਕੀਤਾ? ਸੁਕਰਾਤ ਨੇ ਕੀਤਾ ਜੀ ਪ੍ਰਸ਼ਨ ਉੱਤਰ ਵਿਧੀ ਦਾ ਪ੍ਰਯੋਗ। ਆਪਸ਼ਨ ਡੀ ਹੈ ਬਿਲਕੁਲ ਠੀਕ। 133 ਨੰਬਰ, ਸਮੀਖਿਆ ਵਿਧੀ ਦਾ ਕਿਸ ਪੱਧਰ ਤੇ ਪ੍ਰਯੋਗ ਵਧੇਰੇ ਲਾਹੇਵੰਦ ਹੁੰਦਾ ਹੈ? ਆਪਸ਼ਨ ਏ ਸੈਕੰਡਰੀ, ਬੀ ਗ੍ਰੈਜੂਏਟ, ਸੀ ਮਿਡਲ, ਡੀ ਪ੍ਰਾਇਮਰੀ। ਸਮੀਖਿਆ ਵਿਧੀ ਕਿਸ ਪੱਧਰ ਤੇ ਪ੍ਰਯੋਗ ਕੀਤੀ ਜਾਵੇ ਤਾਂ ਵਧੇਰੇ ਲਾਹੇਵੰਦ ਹੁੰਦੀ ਹੈ? ਜਿਹੜੇ ਵੀ ਆਂਸਰ ਕਰ ਰਹੇ ਨੇ ਜੀ ਗ੍ਰੈਜੂਏਟ ਪੱਧਰ ਤੇ, ਹਾਂਜੀ, ਯਾਨੀ ਕਿ ਕਾਲਜ ਦਾ ਪੱਧਰ ਹੋ ਗਿਆ ਇਹ। ਠੀਕ ਆਂਸਰ ਹੋਵੇਗਾ ਆਪਸ਼ਨ ਬੀ। ਕੁਐਸਚਨ ਨੰਬਰ 134 ਦੇ ਵੱਲ ਵੱਧਦੇ ਹਾਂ। ਪ੍ਰਤੱਖ ਭਾਸ਼ਾ ਵਿਧੀ ਕਿਸ ਵਿਧਾ ਦੀ ਸਿੱਖਿਆ ਵਿਧੀ ਹੈ? ਆਪਸ਼ਨ ਏ ਕਵਿਤਾ, ਬੀ ਉਪ ਭਾਸ਼ਾ ਵਿਗਿਆਨ, ਸੀ ਵਿਆਕਰਣ, ਡੀ ਕਹਾਣੀ। ਪ੍ਰਤੱਖ ਭਾਸ਼ਾ ਵਿਧੀ ਕਿਸ ਵਿਧਾ ਦੀ ਸਿੱਖਿਆ ਵਿਧੀ ਹੈ? ਕਵਿਤਾ, ਉਪ ਭਾਸ਼ਾ ਵਿਗਿਆਨ, ਵਿਆਕਰਣ ਜਾਂ ਕਹਾਣੀ। 134 ਨੰਬਰ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ ਸੀ ਵਿਆਕਰਣ ਦੀ ਠੀਕ ਉੱਤਰ ਹੋਵੇਗਾ। 135 ਨੰਬਰ ਵੱਲ ਵੱਧਦੇ ਹਾਂ। ਨਾਟਕ ਤੇ ਇਕਾਂਗੀ ਅਧਿਆਪਨ ਲਈ ਸਭ ਤੋਂ ਲਾਭਦਾਇਕ ਸਿੱਖਿਆ ਵਿਧੀ ਹੈ? ਆਪਸ਼ਨ ਹੈ ਅਭਿਨੈ, ਬੀ ਪ੍ਰਸ਼ਨ ਉੱਤਰ ਵਿਧੀ, ਸੀ ਅਰਥ ਕਥਨ ਵਿਧੀ, ਡੀ ਵਿਆਖਿਆ ਵਿਧੀ। 135 ਨੰਬਰ ਦੇ ਲਈ ਕਰੋ ਜੀ ਆਂਸਰ। 135 ਦੇ ਲਈ ਆਂਸਰ ਹੋਵੇਗਾ ਨਾਟਕ ਤੇ ਇਕਾਂਗੀ ਨੂੰ ਅਭਿਨੈ ਕਰਕੇ ਵਧੇਰੇ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ। ਆਪਸ਼ਨ ਇਹ ਜਿਨ੍ਹਾਂ ਨੇ ਚੁਣਿਆ ਹੈ ਸ਼ਬਦ ਹੈ ਠੀਕ। ਕੁਐਸਚਨ ਨੰਬਰ 136, ਕਹਾਣੀ ਸਿੱਖਿਆ ਵਿੱਚ ਕਿਹੜੀ ਵਿਧੀ ਪ੍ਰਯੋਗ ਨਹੀਂ ਕੀਤੀ ਜਾਂਦੀ? ਆਪਸ਼ਨ ਏ ਅਰਥ ਕਥਨ ਵਿਧੀ, ਬੀ ਵਿਆਖਿਆ ਵਿਧੀ, ਸੀ ਅਭਿਨੈ ਵਿਧੀ, ਡੀ ਵਿਸ਼ਲੇਸ਼ਣ ਵਿਧੀ। ਕਹਾਣੀ ਸਿਖਾਉਣ ਦੇ ਲਈ ਕਿਹੜੀ ਵਿਧੀ ਪ੍ਰਯੋਗ ਵਿੱਚ ਨਹੀਂ ਕੀਤੀ ਜਾਂਦੀ? ਜਿਹੜੀ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਯੂਜ਼ ਕੀਤੀ ਹੈ ਉਹ ਇਸ ਦੇ ਵਿੱਚ ਨਹੀਂ ਹੋਵੇਗੀ ਜੀ। ਹਾਂਜੀ, ਅਭਿਨੈ ਵਿਧੀ ਕਹਾਣੀ ਸਿੱਖਿਆ ਵਿੱਚ ਨਹੀਂ ਵਰਤੀ ਜਾਂਦੀ। 136 ਤੋਂ ਬਾਅਦ 37 ਨੰਬਰ ਵੱਲ ਵੱਧਦੇ ਹਾਂ। 137 ਨੰਬਰ ਹੈ ਉਦਾਹਰਨ ਵਿਧੀ ਕਿਹੜੀ ਆ? ਆਪਸ਼ਨ ਹੈ ਆਗਮਨ, ਬੀ ਨਿਗਮਨ, ਸੀ ਪ੍ਰਯੋਗ ਤੇ ਡੀ ਸਹਿਯੋਗ। 137 ਨੰਬਰ ਲਈ ਆਂਸਰ ਕਰੋ। ਨਿਯਮ ਉਦਾਹਰਨ ਵਿਧੀ ਕਿਹੜੀ ਹੈ? ਨਿਯਮ ਤੋਂ ਉਦਾਹਰਨ ਵੱਲ, ਹਾਂਜੀ, ਨਿਯਮ ਤੋਂ ਉਦਾਹਰਨ ਵੱਲ ਨਿਗਮਨ ਵਿਧੀ ਹੋਵੇਗੀ। ਆਪਸ਼ਨ ਬੀ ਜਿਨ੍ਹਾਂ ਨੇ ਚੁਣਿਆ ਹੈ ਬਿਲਕੁਲ ਸਹੀ ਉੱਤਰ ਹੋਵੇਗਾ। ਕੁਐਸਚਨ ਨੰਬਰ 138, 138 ਨੰਬਰ ਹੈ ਕਿਹੜੀਆਂ ਕਵਿਤਾਵਾਂ ਦੇ ਅਧਿਆਪਨ ਸਮੇਂ ਪ੍ਰਸ਼ਨ ਉੱਤਰ ਵਿਧੀ ਪ੍ਰਯੋਗ ਕੀਤੀ ਜਾ ਸਕਦੀ ਹੈ? ਆਪਸ਼ਨ ਏ ਇਤਿਹਾਸਕ, ਬੀ ਵਰਣਨਾਤਮਕ, ਸੀ ਮਹਾਕਾਵਿਕ ਖੰਡ, ਡੀ ਉਪਰੋਕਤ ਸਾਰਿਆਂ ਦੇ ਵਿੱਚ। 138 ਨੰਬਰ ਦੇ ਲਈ ਪੁੱਛਿਆ ਹੈ ਕਿ ਕਿਸ ਦੇ ਵਿੱਚ ਪ੍ਰਸ਼ਨ ਉੱਤਰ ਵਿਧੀ ਪ੍ਰਯੋਗ ਕੀਤੀ ਜਾ ਸਕਦੀ ਹੈ? ਹਾਂਜੀ, ਏ ਬੀ ਸੀ ਤਿੰਨਾਂ ਦੇ ਵਿੱਚ ਹੀ ਇਸ ਨੂੰ ਪ੍ਰਯੋਗ ਕੀਤਾ ਜਾ ਸਕਦਾ ਹੈ। ਸੋ ਉਪਰੋਕਤ ਸਾਰੇ ਸਹੀ ਉੱਤਰ ਹੋਵੇਗਾ ਆਪਸ਼ਨ ਡੀ। 139 ਨੰਬਰ ਕੁਐਸਚਨ ਹੈ ਮੁੱਢਲੇ ਪੱਧਰ ਤੇ ਮੁੱਢਲੇ ਪੱਧਰ ਉੱਪਰ ਉਚਾਰਨ ਦੀ ਸ਼ੋਧ ਲਈ ਕਿਹੜਾ ਅਨੁਕਰਨ ਪਾਠ ਕਰਵਾਇਆ ਜਾ ਸਕਦਾ ਹੈ? ਆਪਸ਼ਨ ਹੈ ਵਿਅਕਤੀਗਤ, ਬੀ ਸਮੂਹਿਕ, ਸੀ ਮੌਨ, ਡੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਛੋਟੀਆਂ ਕਲਾਸਾਂ ਦੇ ਵਿੱਚ
ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਚਾਰਨ ਨੂੰ ਸ਼ੁੱਧ ਕਰਵਾਇਆ ਜਾਂਦਾ ਹੈ। ਅਸਲ 'ਚ ਤੁਸੀਂ ਵੀ ਕਰਵਾ ਰਹੇ ਹੋਵੋਗੇ, ਬਹੁਤ ਸਾਰੇ ਕੈਂਡੀਡੇਟ ਜਿਹੜੇ ਵੀ ਲੋਅਰ ਸੈਕਸ਼ਨ ਨੂੰ ਪੜ੍ਹਾ ਰਹੇ ਆ, ਯਾਨੀ ਕਿ ਪ੍ਰਾਇਮਰੀ ਸੈਕਸ਼ਨ ਨੂੰ, ਤਾਂ ਉਹ ਇਸ ਤਰ੍ਹਾਂ ਕਰਵਾ ਰਹੇ ਹੋਣਗੇ। ਹਾਂਜੀ, ਇਕੱਠਾ ਬੋਲਣ ਨੂੰ ਕਿਹਾ ਜਾਂਦਾ ਬੱਚਿਆਂ ਨੂੰ ਪਿੱਛੇ, ਤਾਂ ਕਿ ਉਹਨਾਂ ਦਾ ਉਚਾਰਨ ਜਿਹੜਾ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸੁਧਾਰ ਲਿਆ ਜਾ ਸਕੇ। ਬੀ ਆਪਸ਼ਨ ਜਿਨ੍ਹਾਂ ਨੇ ਚੁਣਿਆ ਬਿਲਕੁਲ ਠੀਕ ਹੈ। 140 ਨੰਬਰ ਇਹ ਕਥਾ ਵਿਧੀ ਤੋਂ ਕੀ ਭਾਵ ਹੈ? ਆਪਸ਼ਨ ਏ ਸ਼ਬਦਾਰਥ ਵਿਧੀ, ਬੀ ਅਰਥ ਕਥਨ ਵਿਧੀ, ਸੀ ਵਿਆਸ ਵਿਧੀ, ਡੀ ਸਮੀਖਿਆ ਵਿਧੀ। 140 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਜੀ। 140 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਕਥਾ ਵਿਧੀ ਤੋਂ ਭਾਵ ਹੈ ਵਿਆਸ ਵਿਧੀ। ਜਿਹੜੇ ਵੀ ਆਂਸਰ ਕਰ ਰਹੇ ਨੇ ਕੁਐਸਚਨ ਨੰਬਰ 140 ਦੇ ਲਈ ਸੀ ਆਂਸਰ ਕਰੈਕਟ ਹੋਵੇਗਾ। 141 ਨੰਬਰ ਸੂਤਰ ਵਿਧੀ ਤੇ ਪਾਠ ਪੁਸਤਕ ਵਿਧੀ ਕਿਸ ਸਿੱਖਿਆ ਵਿਧੀ ਦੇ ਭਾਗ ਹਨ? ਆਪਸ਼ਨ ਏ ਪ੍ਰਤੱਖ ਭਾਸ਼ਾ ਵਿਧੀ, ਬੀ ਨਿਗਮਨ ਵਿਧੀ, ਸੀ ਆਗਮਨ ਵਿਧੀ, ਡੀ ਪ੍ਰਯੋਗ ਵਿਧੀ। ਹੁਣੇ ਆਪਾਂ ਇੱਕ ਕੁਐਸਚਨ ਕਰਕੇ ਆਏ ਹਾਂ, ਨਿਯਮ ਤੋਂ ਉਦਾਹਰਨ। ਹਾਂਜੀ, ਸੂਤਰ ਵੀ ਕੀ ਹੈ? ਸੂਤਰ ਵੀ ਨਿਯਮ ਨੇ, ਨਿਯਮ। ਸੋ ਜਿਹੜੇ ਵੀ ਆਂਸਰ ਕਰ ਰਹੇ ਨੇ ਨਿਗਮਨ ਵਿਧੀ ਬਿਲਕੁਲ ਠੀਕ ਆਂਸਰ ਹੋਵੇਗਾ। 142 ਨੰਬਰ ਹੈ ਜੀ, ਕਿਹੜੀ ਨਾਟ ਅਧਿਐਨ ਪ੍ਰਣਾਲੀ ਵਿੱਚ ਵਿਦਿਆਰਥੀ ਸਰੋਤਾ ਤੇ ਦਰਸ਼ਕ ਬਣ ਕੇ ਨਾਟਕ ਦਾ ਰਸ ਅਤੇ ਸਵਾਦ ਮਾਣਦੇ ਹਨ? ਆਪਸ਼ਨ ਏ ਅਭਿਨੈ ਪ੍ਰਣਾਲੀ, ਬੀ ਅਰਥ ਕਥਨ ਪ੍ਰਣਾਲੀ, ਸੀ ਵਿਆਖਿਆ ਪ੍ਰਣਾਲੀ, ਡੀ ਆਦਰਸ਼ ਨਾਟ ਪਾਠ ਪ੍ਰਣਾਲੀ। ਦੇਖੋ ਇੱਥੇ ਵਿਦਿਆਰਥੀ ਸਰੋਤਾ ਤੇ ਦਰਸ਼ਕ ਬਣ ਕੇ ਨਾਟਕ ਦਾ ਰਸ ਤੇ ਸਵਾਦ ਮਾਣਦੇ ਹਨ। ਅਭਿਨੈ ਵਿਧੀ ਕਨਫਿਊਜ਼ਨ 'ਚ ਵੀ ਆਂਸਰ ਨਾ ਕਰ ਦਿਓ, ਇਸਦਾ ਗਲਤ ਹੋਵੇਗਾ, ਕਿਉਂਕਿ ਵਿਦਿਆਰਥੀ ਜੇ ਅਭਿਨੈ ਕਰ ਰਿਹਾ ਤਾਂ ਉਹਦੇ ਵਿੱਚ ਸ਼ਾਮਲ ਹੋ ਰਿਹਾ। ਠੀਕ ਹੈ, ਇੱਥੇ ਕੁਐਸਚਨ 'ਚ ਸਪਸ਼ਟ ਕੀਤਾ ਗਿਆ ਕਿ ਦਰਸ਼ਕ ਬਣ ਕੇ ਵਿਦਿਆਰਥੀ ਸਰੋਤਾ ਤੇ ਦਰਸ਼ਕ ਬਣ ਕੇ ਨਾਟਕ ਦਾ ਰਸ ਮਾਣ ਰਿਹਾ ਹੈ। ਠੀਕ ਹੈ, ਸੋ ਆਦਰਸ਼ ਨਾਟ ਪਾਠ ਪ੍ਰਣਾਲੀ ਵਿਧੀ ਮਤਲਬ ਕਿ ਸਿਰਫ ਪੜ੍ਹਾਇਆ ਜਾ ਰਿਹਾ ਹੈ। ਠੀਕ ਹੈ, ਆਂਸਰ ਡੀ ਜਿਨ੍ਹਾਂ ਨੇ ਕੀਤਾ ਬਿਲਕੁਲ ਠੀਕ ਆਂਸਰ ਹੋਵੇਗਾ। 143 ਨੰਬਰ ਕੁਐਸਚਨ ਹੈ, ਸੈਕੰਡਰੀ ਪੱਧਰ ਉੱਤੇ ਕਿਸ ਤਰ੍ਹਾਂ ਦੀਆਂ ਕਹਾਣੀਆਂ ਪੜ੍ਹਾਉਣੀਆਂ ਚਾਹੀਦੀਆਂ ਹਨ? ਆਪਸ਼ਨ ਏ ਭਾਵ ਪ੍ਰਧਾਨ, ਬੀ ਚਰਿੱਤਰ ਪ੍ਰਧਾਨ, ਸੀ ਘਟਨਾ ਪ੍ਰਧਾਨ, ਡੀ ਤਿੰਨੋਂ ਹੀ। ਹਾਂਜੀ, ਸੈਕੰਡਰੀ ਪੱਧਰ ਤੇ 9ਵੀਂ 10ਵੀਂ ਕਹਿ ਸਕਦੇ ਹੋ ਤੁਸੀਂ ਜੀ। ਕਰੋ ਜੀ ਆਂਸਰ 143 ਨੰਬਰ ਦੇ ਲਈ ਭਾਵ ਚਰਿੱਤਰ ਤੇ ਘਟਨਾ ਪ੍ਰਧਾਨ ਤਿੰਨੋਂ ਪ੍ਰਕਾਰ ਦੀਆਂ ਹੀ ਕਹਾਣੀਆਂ ਪੜ੍ਹਾਉਣੀਆਂ ਚਾਹੀਦੀਆਂ ਨੇ। ਸੋ ਬਿਲਕੁਲ ਠੀਕ ਆ, ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ। ਕੁਐਸਚਨ ਨੰਬਰ 144 ਵਾਰਤਕ ਦੇ ਅਧਿਐਨ ਦੀ ਪਰੰਪਰਾਗਤ ਵਿਧੀ ਹੈ? ਆਪਸ਼ਨ ਏ ਪ੍ਰਸ਼ਨ ਉੱਤਰ ਸਿੱਖਿਆ ਵਿਧੀ, ਬੀ ਵਿਆਖਿਆ ਵਿਧੀ, ਸੀ ਸਮੀਖਿਆ ਵਿਧੀ, ਡੀ ਅਰਥਬੋਧ ਵਿਧੀ। ਕੁਐਸਚਨ ਨੰਬਰ 144 ਦੇ ਲਈ ਆਂਸਰ ਕਰਿਆ ਜਾਵੇ। ਵਾਰਤਕ ਦੇ ਅਧਿਆਪਨ ਦੀ ਪਰੰਪਰਾਗਤ ਵਿਧੀ ਕਿਹੜੀ ਹੈ? ਹਾਂਜੀ, 144 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਜਿਹੜੇ ਵੀ 144 ਨੰਬਰ ਦੇ ਲਈ ਆਂਸਰ ਕਰ ਰਹੇ ਨੇ ਅਰਥਬੋਧ ਵਿਧੀ ਬਿਲਕੁਲ ਸਹੀ ਉੱਤਰ ਹੈ ਤੇ ਪ੍ਰਭਾਵਸ਼ਾਲੀ ਵੀ ਹੈ ਜੀ। ਆਪਸ਼ਨ ਡੀ ਜਿਨ੍ਹਾਂ ਨੇ ਆਂਸਰ ਚੁਣਿਆ ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 145 ਨਿਬੰਧ ਅਧਿਐਨ ਦੀ ਉਹ ਕਿਹੜੀ ਵਿਧੀ ਹੈ ਜਿਸ ਵਿੱਚ ਅਧਿਆਪਕ ਤੇ ਵਿਦਿਆਰਥੀ ਦੋਹਾਂ ਦੀ ਸ਼ਮੂਲੀਅਤ ਹੁੰਦੀ ਹੈ? ਆਪਸ਼ਨ ਏ ਅਰਥਬੋਧ ਵਿਧੀ, ਬੀ ਪ੍ਰਸ਼ਨ ਉੱਤਰ ਸਿੱਖਿਆ ਵਿਧੀ, ਸੀ ਵਿਆਖਿਆ ਵਿਧੀ, ਡੀ ਆਦਰਸ਼ ਨਾਟਕ ਪਾਠ ਵਿਧੀ। ਹਾਂਜੀ, ਸ਼ਮੂਲੀਅਤ ਦੀ ਗੱਲ ਕੀਤੀ ਗਈ ਹੈ ਤਾਂ ਸ਼ਮੂਲੀਅਤ ਹੋਵੇਗੀ ਜੀ ਪ੍ਰਸ਼ਨ ਉੱਤਰ ਪੁੱਛਣ ਦੇ ਵਿੱਚ। ਸੋ ਪ੍ਰਸ਼ਨ ਉੱਤਰ ਸਮੀਖਿਆ ਸਿੱਖਿਆ ਵਿਧੀ ਬੀ ਆਪਸ਼ਨ ਜਿਨ੍ਹਾਂ ਨੇ ਵੀ ਆਂਸਰ ਕੀਤਾ ਹੈ ਸਭ ਦਾ ਹੈ ਜੀ ਬਿਲਕੁਲ ਸਹੀ। 146 ਨੰਬਰ ਦੇ ਵੱਲ ਵਧਦੇ ਹਾਂ ਜੀ, ਨਿਗਮਨ ਤੇ ਆਗਮਨ ਵਿਧੀ ਦੇ ਅੰਕ ਕਿੰਨੇ ਕਿੰਨੇ ਭਾਗ ਹਨ? ਆਪਸ਼ਨ ਏ 2 2, ਬੀ 1 1, ਸੀ 3 3, ਡੀ 4 4। 146 ਨੰਬਰ ਦੇ ਲਈ ਕਰਿਆ ਜਾਵੇ ਸਹੀ ਉੱਤਰ। ਹਾਂਜੀ, ਨਿਗਮਨ ਤੇ ਆਗਮਨ ਵਿਧੀ ਦੇ ਅੱਗੇ ਕਿੰਨੇ ਕਿੰਨੇ ਭਾਗ ਹਨ? ਅੱਗੇ 2 2 ਭਾਗ ਹੋਰ ਨੇ। ਆਪਸ਼ਨ ਏ ਜਿਨ੍ਹਾਂ ਨੇ ਚੁਣਿਆ ਠੀਕ ਆਂਸਰ ਹੋਵੇਗਾ। 147 ਨੰਬਰ ਏ ਵਾਰਤਕ ਸਿੱਖਿਆ ਪ੍ਰਣਾਲੀ ਵਿੱਚ ਵਿਆਖਿਆ ਵਿਧੀ ਦਾ ਸੁਧਰਿਆ ਹੋਇਆ ਰੂਪ ਕਿਹੜਾ ਹੈ? ਆਪਸ਼ਨ ਏ ਵਿਸ਼ਲੇਸ਼ਣ ਵਿਧੀ, ਬੀ ਸਮੀਖਿਆ ਵਿਧੀ, ਸੀ ਅਰਥਬੋਧ ਵਿਧੀ ਤੇ ਡੀ ਪ੍ਰਸ਼ਨ ਉੱਤਰ ਸਿੱਖਿਆ ਵਿਧੀ। ਵਾਰਤਕ ਸਿੱਖਿਆ ਪ੍ਰਣਾਲੀ ਦੇ ਵਿੱਚ ਵਿਆਖਿਆ ਵਿਧੀ ਦਾ ਸੁਧਰਿਆ ਰੂਪ ਪੁੱਛਿਆ ਗਿਆ ਹੈ। 147 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਵਾਰਤਕ ਸਿੱਖਿਆ ਪ੍ਰਣਾਲੀ ਦੇ ਵਿੱਚ ਵਿਆਖਿਆ ਵਿਧੀ ਦਾ ਸੁਧਰਿਆ ਰੂਪ ਹੋਵੇਗਾ ਵਿਸ਼ਲੇਸ਼ਣ ਵਿਧੀ। ਆਪਸ਼ਨ ਏ ਠੀਕ ਹੈ ਜੀ। ਕੁਐਸਚਨ ਨੰਬਰ 148 ਹੈ, ਵਾਰਤਕ ਸਿੱਖਿਆ ਦੀ ਕਿਹੜੀ ਵਿਧੀ ਇਹ ਕਹਿੰਦੀ ਹੈ ਕਿ ਦੁਨੀਆ ਦਾ ਸੰਪੂਰਨ ਗਿਆਨ ਬੱਚੇ ਦੇ ਅੰਦਰ ਨਿਹਿਤ ਹੈ? ਵਾਰਤਕ ਸਿੱਖਿਆ ਦੀ ਕਿਹੜੀ ਵਿਧੀ ਇਹ ਕਹਿੰਦੀ ਹੈ ਕਿ ਦੁਨੀਆ ਦਾ ਸੰਪੂਰਨ ਗਿਆਨ ਬੱਚੇ ਦੇ ਅੰਦਰ ਨਿਹਿਤ ਹੈ? ਆਪਸ਼ਨ ਏ ਅਰਥਬੋਧ ਵਿਧੀ, ਬੀ ਵਿਆਖਿਆ ਵਿਧੀ, ਸੀ ਪ੍ਰਸ਼ਨ ਉੱਤਰ ਸਿੱਖਿਆ ਵਿਧੀ,
ਤੇ ਡੀ ਵਿਸ਼ਲੇਸ਼ਣ ਵਿਧੀ। 148 ਨੰਬਰ ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ 148 ਦੇ ਲਈ ਜਿਹੜੇ ਆਂਸਰ ਆਪਸ਼ਨ ਸੀ ਦੇ ਨਾਲ ਜਾ ਰਹੇ ਨੇ ਪ੍ਰਸ਼ਨ ਉੱਤਰ ਸਿੱਖਿਆ ਵਿਧੀ ਸਹੀ ਉੱਤਰ ਹੋਵੇਗਾ। ਕੁਐਸਚਨ ਨੰਬਰ 149 ਨਾਟਕ ਪੜ੍ਹਾਉਣ ਦੀ ਸਭ ਤੋਂ ਪੁਰਾਣੀ ਵਿਧੀ ਕਿਹੜੀ ਮੰਨੀ ਜਾਂਦੀ ਹੈ? ਆਪਸ਼ਨ ਹੈ ਸੰਯੁਕਤ ਵਿਧੀ, ਬੀ ਵਿਆਖਿਆ ਵਿਧੀ, ਸੀ ਅਰਥ ਕਥਨ ਵਿਧੀ, ਡੀ ਅਭਿਨੈ ਵਿਧੀ। 149 ਨੰਬਰ ਦੇ ਲਈ ਸਹੀ ਆਂਸਰ ਕਰੋ ਜੀ। ਕਿਹੜੀ ਵਿਧੀ ਨਾਟਕ ਪੜ੍ਹਾਉਣ ਦੀ ਪ੍ਰਾਚੀਨ ਜਾਂ ਪੁਰਾਣੀ ਵਿਧੀ ਹੈ? 149 ਨੰਬਰ ਦੇ ਲਈ ਸਹੀ ਆਂਸਰ ਕਰੋ ਜੀ। ਜੀ ਜਿਹੜੇ ਵੀ ਆਂਸਰ ਕਰ ਰਹੇ ਨੇ 149 ਦੇ ਲਈ ਡੀ ਆਪਸ਼ਨ ਨਾਲ ਜਿਹੜੇ ਜਾ ਰਹੇ ਨੇ ਉਹ ਤਾਂ ਹੈ ਜੀ ਗਲਤ, ਕਿਉਂਕਿ ਪੁਰਾਣੀ ਵਿਧੀ ਪੁੱਛੀ ਗਈ ਹੈ। ਅਭਿਨੈ ਵਿਧੀ ਅੱਜ ਕੱਲ੍ਹ ਇੱਕ ਨਵੀਂ ਵਿਧੀ ਤੁਸੀਂ ਕਹਿ ਸਕਦੇ ਹੋ ਜੀ। ਠੀਕ ਹੈ, ਪੁਰਾਣੀ ਵਿਧੀ ਦੇ ਵਿੱਚ ਵਿਆਖਿਆ ਵਿਧੀ ਸਭ ਤੋਂ ਪ੍ਰਾਚੀਨ ਹੋਵੇਗੀ, ਪੁਰਾਣੀ ਹੋਵੇਗੀ। ਆਪਸ਼ਨ ਬੀ ਜਿਨ੍ਹਾਂ ਨੇ ਕੀਤਾ ਹੈ ਆਂਸਰ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 150 ਕਿਹੜੀ ਵਿਧੀ ਛੋਟੇ ਬੱਚਿਆਂ ਨੂੰ ਕਵਿਤਾ ਪੜ੍ਹਾਉਣ ਲਈ ਬਹੁਤ ਢੁਕਵੀਂ ਹੁੰਦੀ ਹੈ? ਆਪਸ਼ਨ ਹੈ ਗੀਤ ਜਾਂ ਨਾਟ ਵਿਧੀ, ਬੀ ਸ਼ਬਦਾਰਥ ਵਿਧੀ, ਸੀ ਪ੍ਰਸ਼ਨ ਉੱਤਰ ਵਿਧੀ ਤੇ ਡੀ ਵਿਆਖਿਆ ਵਿਧੀ। 150 ਨੰਬਰ ਲਈ ਕਰਿਆ ਜਾਵੇ ਸਹੀ ਉੱਤਰ। ਤੇ ਅੱਜ ਦਾ ਆਖਰੀ ਕੁਐਸਚਨ, ਇਸ ਪੇਪਰ ਦਾ ਆਖਰੀ ਕੁਐਸਚਨ, ਸਹੀ ਉੱਤਰ ਚੁਣੋ। ਕਿਹੜੀ ਵਿਧੀ ਛੋਟੇ ਬੱਚਿਆਂ ਨੂੰ ਕਵਿਤਾ ਪੜ੍ਹਾਉਣ ਲਈ ਬਹੁਤ ਢੁਕਵੀਂ ਹੁੰਦੀ ਹੈ, ਬਹੁਤੀ ਢੁਕਵੀਂ ਹੁੰਦੀ ਹੈ? ਹਾਂਜੀ ਛੋਟੇ ਬੱਚਿਆਂ ਨੂੰ ਗੀਤ ਜਾਂ ਨਾਟ ਵਿਧੀ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਪੜ੍ਹਾਇਆ ਜਾ ਸਕਦਾ ਹੈ। ਬੱਚੇ ਵੀ ਇੰਟਰਸਟ ਦਿਖਾਉਂਦੇ ਨੇ ਇਸ ਵਿਧੀ ਦੇ ਵਿੱਚ, ਸੋ ਬਿਲਕੁਲ ਠੀਕ ਹੈ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਨੇ। ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਮੋਟੀਵੇਸ਼ਨ ਜ਼ਰੂਰ ਦਿੰਦੇ ਰਿਹਾ ਕਰੋ। ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਜੇਕਰ ਕਲਾਸਿਸ ਪਸੰਦ ਆ ਰਹੀਆਂ ਤਾਂ। ਹਾਂਜੀ ਪੈਡਾਗੋਜੀ ਦੇ ਕੁਐਸਚਨ ਆਉਂਦੇ ਨੇ ਜੀ ਸਿਰਫ ਦਿੱਲੀ, ਰਾਜਸਥਾਨ ਤੇ ਚੰਡੀਗੜ੍ਹ ਦੇ ਪੇਪਰਾਂ ਦੇ ਵਿੱਚ। ਸੋ ਚੰਡੀਗੜ੍ਹ ਦੇ ਪੇਪਰਾਂ 'ਚ ਵੀ ਇੰਨਾ ਕੋਈ ਜ਼ਿਆਦਾ ਨਹੀਂ ਆਉਂਦੇ, ਬਟ ਰਾਜਸਥਾਨ ਅਤੇ ਦਿੱਲੀ ਦੇ ਪੇਪਰਾਂ ਦੇ ਵਿੱਚ ਜ਼ਰੂਰ ਆਉਂਦੇ ਨੇ। ਇਸ ਕਰਕੇ ਇਹ ਦਿੱਲੀ ਦਾ ਯਾਨੀ ਕਿ D++ ਪੇਪਰ ਦੇਣ ਜਾ ਰਹੇ ਹੋ ਤਾਂ ਜ਼ਰੂਰ ਕਰਕੇ ਜਾਣਾ। ਥੈਂਕ ਯੂ ਸੋ ਮਚ। ਬਾਕੀ ਬਹੁਤ ਜ਼ਰੂਰੀ ਹੁੰਦਾ ਹੈ ਜੀ ਪੈਡਾਗੋਜੀ, ਪੰਜਾਬ ਚਾਹੇ ਪੇਪਰ ਨਹੀਂ ਆਉਂਦਾ ਪੈਡਾਗੋਜੀ ਦੇ ਵਿੱਚੋਂ, ਪਰ ਟੀਚਰ ਦੇ ਲਈ ਇਹਨਾਂ ਨੂੰ ਜਾਣਨਾ, ਟੀਚਿੰਗ ਮੈਥਡ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਹਾਂ ਹੁਣ ਸੋਚ ਰਹੇ ਹੋਣਗੇ ਕਿ ਜੇਕਰ ਇਹ ਪਾ ਦਿੱਤਾ ਤਾਂ ਹੋਰ ਟਫ ਹੋ ਜਾਵੇਗਾ, ਬਟ ਸੱਚ ਹੈ ਉਹ ਸੱਚ ਹੈ, ਤੁਹਾਨੂੰ ਵੀ ਪਤਾ ਹੈ ਸਭ ਨੂੰ। ਠੀਕ ਹੈ, ਥੈਂਕ ਯੂ ਸੋ ਮਚ ਅਗੇਨ, ਬਾਏ ਬਾਏ, ਟੇਕ ਕੇਅਰ, ਗੁੱਡ ਨਾਈਟ, ਸਵੀਟ ਡ੍ਰੀਮਸ।